संत दिवाली नित करे, सतलोक के माने। संत दिवाली नित करे, सतलोक के माने। हाँ जी दोस्तों, ਵੈਲਕਮ ਬੈਕ ਟੂ ਸਿੰਘ ਵਲੌਗਸ। ਅੱਜ ਬਾਬਾ ਜੀ ਨੇ 12 ਨਵੰਬਰ ਨੂੰ ਡੇਰਾ ਬਿਆਸ ਵਿੱਚ ਸਤਸੰਗ ਫਰਮਾਇਆ ਤੇ ਸੰਗਤ ਘੱਟ ਹੀ ਆਈ ਹੋਈ ਸੀ ਦੀਵਾਲੀ ਕਰਕੇ, ਤੇ ਮੌਸਮ ਸਵੇਰੇ ਠੰਡਾ ਸੀ, ਦੁਪਹਿਰ ਨੂੰ ਵੀ ਠੰਡਾ ਹੀ ਸੀ, ਬਟ ਧੁੱਪ ਦੇ ਕਾਰਨ ਠੀਕ ਹੀ ਸੀ। माहौल बहुत बढ़िया बने हुए सी, खिल खिलाता दिन हर बार की तरह हरियाली के साथ। बाबा जी 9:30 बजने से कुछ मिनट पहले ही स्टेज पर आ गए थे और 9:25 पर सत्संग आरंभ हुआ। सत्संग के शुरू होते ही बाबा जी ने दिवाली के ऊपर कहा कि आज दिवाली का दिन है और संत महात्मा अंधेरे की बात करते हैं। जैसे स्वामी जी महाराज ने कहा, जग में घोर अंधेरा भारी, तो क्यों उनको ये लफ्ज़ इस्तेमाल करने पड़े। आज इस पर उन्होंने सत्संग फरमाया और जो जो उन्होंने सत्संग में कहा था वो आज मैं आपके साथ शेयर करूँगा इन शॉर्ट। संत मता सबसे बड़ा, यह निश्चय कर जान। सूफी और वेदांती दोनों नीचे मान। ਅੱਜ ਬਾਬਾ ਜੀ ਨੇ ਬਾਣੀ ਲਈ ਜਗ ਮੇ ਘੋਰ ਅੰਧੇਰਾ ਭਾਰੀ, ਤਨ ਮੇ ਤਮਕਾ ਭੰਡਾਰਾ। ਤੇ ਸਭ ਤੋਂ ਪਹਿਲਾਂ ਬਾਬਾ ਜੀ ਨੇ ਫਰਮਾਇਆ ਕਿ ਅੱਜ ਦੀਵਾਲੀ ਦਾ ਦਿਨ ਹੈ, ਮਗਰ ਆਪ ਅੰਧੇਰੇ ਦੀ ਗੱਲ ਕਰ ਰਹੇ ਹਨ। ਦੂਜੀ ਤਰਫ ਆਪਨੇ ਇਹ ਵੀ ਕਿਹਾ ਹੈ ਸੰਤ ਦਿਵਾਲੀ ਹਿਤ ਕਰੇ। ਸੋ ਸਾਨੂੰ ਤਾਂ ਇੱਕ ਕੰਟਰਡਿਕਸ਼ਨ ਲੱਗਦੀ ਹੈ ਕਿ ਇੱਕ ਪਾਸੇ ਅੰਧਕਾਰ ਬਾਰੇ ਚਰਚਾ ਕਰ ਰਹੇ ਹਨ ਔਰ ਦੂਜੇ ਪਾਸੇ ਪ੍ਰਕਾਸ਼ ਬਾਰੇ ਚਰਚਾ ਕਰ ਰਹੇ ਹਨ। ਆਪ ਸਾਡੀ ਅਵਸਥਾ ਨੂੰ ਦੇਖ ਕੇ, ਕਿਉਂਕਿ ਕਰਮਾਂ ਦੇ ਗਿਲਾਫ ਚੜ੍ਹੇ ਹੋਏ ਹਨ, ਅੱਖਾਂ ਦੇ ਅੱਗੇ ਮਾਇਆ ਦਾ ਪਰਦਾ ਛਾਇਆ ਹੋਇਆ ਹੈ ਔਰ ਇਨਸਾਨ ਉਸ ਅਗਿਆਨਤਾ ਦੇ ਅੰਧੇਰੇ ਵਿੱਚ ਆ ਕੇ ਫਸ ਗਿਆ ਹੈ ਔਰ ਉਸ ਅੰਧੇਰੇ ਦੇ ਵਿੱਚ ਨਾ ਤਾਂ ਇਹ ਚੰਗੀ ਤਰ੍ਹਾਂ ਪਹਿਚਾਨ ਸਕ ਰਿਹਾ ਹੈ ਔਰ ਮਨ ਵਿੱਚ ਇੱਕ ਡਰ ਹੈ ਕਿ ਕੱਲ੍ਹ ਕੀ ਹੋਊਗਾ, ਪਰਸੋਂ ਕੀ ਹੋਊਗਾ। ਔਰ ਉਸ ਡਰ ਨੂੰ ਦੇਖਦੇ ਹੋਏ ਆਪ ਕਹਿ ਰਹੇ ਹਨ ਕਿ ਅਸੀਂ ਉਸ ਅਗਿਆਨਤਾ ਦੇ ਅੰਧੇਰੇ ਵਿੱਚ ਫਸ ਕੇ ਬੈਠ ਗਏ ਹਾਂ। ਅੱਗੇ ਬਾਬਾ ਜੀ ਨੇ ਇੱਕ ਬਹੁਤ ਸੁੰਦਰ ਉਦਾਹਰਨ ਦਿੱਤਾ। ਹੁਣ ਦੇਖੋ, ਅੰਧੇਰਾ ਕਮਰਾ ਹੈ, ਉਹਦੇ ਵਿੱਚ ਜਾਣ ਤੋਂ ਪਹਿਲਾਂ ਇਨਸਾਨ ਡਰਦਾ ਹੈ, ਮਗਰ ਅੰਧੇਰੇ ਵਿੱਚ ਜਾਣ ਤੋਂ ਪਹਿਲਾਂ ਜੇ ਆਪਾਂ ਬੱਤੀ ਦਾ ਸਹਾਰਾ ਲੈ ਲਈਏ, ਦੇਖਣ ਦੀ ਤਾਕਤ ਮਿਲ ਜਾਂਦੀ ਹੈ ਤੇ ਉਹ ਡਰ ਖਤਮ ਹੋ ਜਾਂਦਾ ਹੈ। ਉਸੇ ਤਰ੍ਹਾਂ ਇਨਸਾਨ ਮੌਤ ਤੋਂ ਡਰਦਾ ਹੈ। ਸਾਨੂੰ ਪਤਾ ਨਹੀਂ ਕਿ ਮੌਤ ਤੋਂ ਬਾਅਦ ਕੀ ਹੋਊਗਾ। ਆਪਾਂ ਬਾਰ-ਬਾਰ ਕੁਐਸਚਨ ਪੁੱਛਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਕਰਕੇ ਸੰਤ ਮਤ ਵਿੱਚ ਸਮਝਾਇਆ ਜਾਂਦਾ ਹੈ ਕਿ ਸਭ ਤੋਂ ਵੱਡਾ ਡਰ ਮੌਤ ਦਾ ਹੈ ਔਰ ਅਗਰ ਅਸੀਂ ਮੌਤ ਦੇ ਉੱਤੇ ਕਾਬੂ ਪਾ ਲਈਏ, ਜਿੰਦੇ ਜੀ ਮਰਨਾ ਸਿੱਖ ਲਈਏ, ਤਾਂ ਸਾਡਾ ਉਹ ਵੀ ਡਰ ਖਤਮ ਹੋ ਜਾਊਗਾ। ਇਸੇ ਕਰਕੇ ਆਪਨੇ ਕੀ ਹਿਦਾਇਤ ਦਿੱਤੀ ਸੀ, ਨਾਨਕ ਜੀਵਨ ਦੇ ਅਮਰ ਰਹੀਏ, ਐਸਾ ਜੋਗ ਕਮਾਈਏ। ਜੋਗੀ ਕੋਈ ਭਰਵੇਂ ਕੱਪੜੇ ਪਾ ਕੇ ਨਹੀਂ ਬਣ ਜਾਂਦਾ। ਜੋਗੀ ਉਹ ਹੁੰਦਾ ਹੈ ਜੋ ਜਿੰਦੇ ਜੀ ਮਰਨ ਦੀ ਯੁਕਤੀ ਸਮਝਦਾ ਹੈ ਔਰ ਉਹਨੂੰ ਅਨੁਭਵ ਕਰਦਾ ਹੈ, ਉਹਨੂੰ ਮਹਿਸੂਸ ਕਰਦਾ ਹੈ। ਹੁਣ ਮਾਲਿਕ ਤਾਂ ਸਾਡੇ ਅੰਗ ਸੰਗ ਹੈ ਔਰ ਉਹ ਤਾਂ ਸਰਵਵਿਆਪੀ ਹੈ। ਉਹ ਤਾਂ ਪੱਤੇ ਪੱਤੇ ਵਿੱਚ, ਤਿਨਕੇ ਤਿਨਕੇ ਵਿੱਚ ਸਮਾਇਆ ਹੋਇਆ ਹੈ, ਮਗਰ ਇਹਦੇ ਬਾਵਜੂਦ ਇਨਸਾਨ ਕੀ ਕੁਛ ਨਹੀਂ ਕਰਦਾ ਉਹਨੂੰ ਲੱਭਣ ਵਾਸਤੇ। ਅਸੀਂ ਕਦੇ ਧਰਮ ਸਥਾਨਾਂ 'ਤੇ ਜਾਂਦੇ ਹਾਂ ਜਾਂ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਵਿੱਚ ਜਾਂਦੇ ਹਾਂ। ਹਾਲਾਂਕਿ ਮਾਲਿਕ ਤਾਂ ਸਾਡੇ ਅੰਦਰ ਹੈ, ਪਰ ਸਾਨੂੰ ਕਿਉਂ ਜ਼ਰੂਰਤ ਮਹਿਸੂਸ ਹੁੰਦੀ ਹੈ? ਆਪਾਂ ਕਿਉਂਕਿ ਅੰਦਰ ਜਾਣ ਦੀ ਤਾਕਤ ਨਹੀਂ ਰਹੀ, ਇਸ ਕਰਕੇ ਅੰਦਰੋਂ ਦਰਸ਼ਨ ਨਹੀਂ ਕਰ ਸਕੇ, ਬਾਹਰਮੁਖੀ ਹੋ ਗਏ ਹਾਂ ਤੇ ਸਾਰਾ ਕੁਝ ਬਾਹਰਮੁਖੀ ਸਾਧਨਾ ਵਿੱਚ ਆਪਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਗੇ ਦੋਸਤੋ, ਬਾਬਾ ਜੀ ਨੇ ਦੀਵਾਲੀ ਉੱਤੇ ਕਿਹਾ ਕਿ ਹੁਣ ਦੀਵਾਲੀ ਉੱਤੇ ਦੀਏ ਜਲਾਏ ਜਾਂਦੇ ਹਨ। ਕਦੇ ਸੋਚਿਆ ਹੈ ਕਿ ਇਹਨਾਂ ਦਾ ਕੀ ਮਕਸਦ ਹੈ? ਅਸੀਂ ਤਾਂ ਸੋਚਦੇ ਹਾਂ ਕਿ ਉਸ ਵਕਤ ਰਾਮ ਜੀ ਵਾਪਸ ਆਏ ਸੀ ਤੇ ਉਹਨਾਂ ਦੀ ਖੁਸ਼ੀ ਵਿੱਚ ਦੀਏ ਜਲਾਏ ਜਾਂਦੇ ਹਨ, ਮਗਰ ਉਹਦਾ ਅਸਲ ਮਕਸਦ ਕੀ ਸੀ? ਕਿ ਸੱਚ ਦੀ ਜਿੱਤ ਹੋਈ ਸੀ ਔਰ ਝੂਠ ਦੀ ਹਾਰ ਹੋਈ ਸੀ।
ਇਹ ਬੜੀ ਸਿੰਬੋਲਿਕ ਚੀਜ਼ ਹੈ। ਜਾਗਰਤਾ ਮਤਲਬ ਸਾਨੂੰ ਦੇਖਣ ਦੀ, ਅਹਿਸਾਸ ਕਰਨ ਦੀ, ਸਮਝਣ ਦੀ ਤਾਕਤ ਹਾਸਿਲ ਹੋਈ ਹੈ। ਮਗਰ ਅਸੀਂ ਇਹਨਾਂ ਚੀਜ਼ਾਂ ਬਾਰੇ ਆਪਣੀਆਂ ਗ੍ਰੰਥਾਂ ਪੋਥੀਆਂ ਵਿੱਚ ਪੜ੍ਹਿਆ, ਪਰ ਅਸੀਂ ਕੀ ਕੀਤਾ? ਅਸੀਂ ਬਾਹਰ ਦੀਵੇ ਜਲਾਣੇ ਸ਼ੁਰੂ ਕਰ ਦਿੱਤੇ, ਅਸੀਂ ਬਾਹਰ ਕੈਂਡਲਸ ਜਲਾਣੀਆਂ ਸ਼ੁਰੂ ਕਰ ਦਿੱਤੀਆਂ। ਮਗਰ ਆਪਨੇ ਕੀ ਹਿਦਾਇਤ ਦਿੱਤੀ ਸੀ? ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ। ਉਹ ਅੰਦਰਲੀ ਜੋਤ। ਹੁਣ ਬਾਹਰ ਅਸੀਂ ਜਿੰਨੀਆਂ ਵੀ ਜੋਤਾਂ ਜਲਾ ਲਈਏ, ਕੀ ਉਹ ਸਾਡੇ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰ ਸਕਦੀਆਂ ਹਨ? ਇਹ ਸਿੰਬੋਲਿਕ ਚੀਜ਼ ਸੀ। ਮਗਰ ਅਸਲ ਜੋਤ ਤਾਂ ਉਹਦੇ ਦਰਸ਼ਨ ਤਾਂ ਆਪਾਂ ਨੇ ਅੰਦਰੋਂ ਕਰਨੇ ਹਨ। ਔਰ ਕਿਉਂਕਿ ਅਗਿਆਨਤਾ ਦੇ ਅੰਧੇਰੇ ਵਿੱਚ ਫਸੇ ਹੋਏ ਹਾਂ, ਇਸ ਕਰਕੇ ਸਾਨੂੰ ਤਾਂ ਮਾਲਿਕ ਦੀ ਵੀ ਪਹਿਚਾਨ ਨਹੀਂ ਹੋ ਰਹੀ, ਉਹਦੇ ਵੀ ਦਰਸ਼ਨ ਨਹੀਂ ਹੋ ਰਹੇ। ਆਪਨੇ ਸਮਝਾਇਆ ਸੀ ਕਿ ਦੇਖੋ, ਪਰਮਾਤਮਾ ਵੀ ਸਾਡੇ ਅੰਦਰ ਹੈ, ਆਤਮਾ ਵੀ ਸਾਡੇ ਅੰਦਰ ਹੈ, ਮਗਰ ਇਸ ਦੇ ਬਾਵਜੂਦ ਦੋਨੋਂ ਅਗਰ ਮਿਲਾਪ ਨਹੀਂ ਕਰ ਸਕਦੇ ਤਾਂ ਇਸ ਦਾ ਕੀ ਰੀਜ਼ਨ ਹੈ? ਆਪਨੇ ਬਾਣੀ ਵਿੱਚ ਕਿਹਾ, ਏਕਾ ਸੰਗਤ ਏਕੈ ਗ੍ਰਹਿ ਵਸਤੇ ਮਿਲ ਬਾਤ ਨ ਕਰਤੇ ਭਾਈ, ਕਿ ਦੋਨੋਂ ਇੱਕੋ ਘਰ ਵਿੱਚ ਰਹਿ ਰਹੇ ਹਨ, ਮਗਰ ਇੱਕ ਦੂਜੇ ਨਾਲ ਮੁਲਾਕਾਤ ਨਹੀਂ, ਇੱਕ ਦੂਜੇ ਦੀ ਪਹਿਚਾਨ ਨਹੀਂ। ਇਸੇ ਕਰਕੇ ਬਾਹਰੋਂ ਲੱਭਦੇ ਫਿਰਦੇ ਹਾਂ। ਫਿਰ ਉਹਦਾ ਆਪ ਰੀਜ਼ਨ ਦੱਸਦੇ ਹਨ, ਅੰਤਰ ਅਲੱਖ ਨਾ ਜਾਈ ਲੱਗਿਆ, ਵਿੱਚ ਪੜਦਾ ਹਉਮੈ ਪਾਈ। ਕਿਉਂਕਿ ਇਹ ਮੈਂ ਔਰ ਮੇਰੀ ਦੀ ਦੀਵਾਰ ਹੈ, ਹਉਮੈ ਦੀ, ਈਗੋ ਦੀ, ਅਹੰਕਾਰ ਦੀ ਦੀਵਾਰ ਹੈ। ਔਰ ਫਿਰ ਆਪ ਕਹਿੰਦੇ ਹਨ ਕਿ ਇਹ ਜਿਹੜੀਆਂ ਬਾਹਰਲੀਆਂ ਬਿਮਾਰੀਆਂ ਹਨ, ਇਹਨਾਂ ਤੋਂ ਤਾਂ ਆਪਾਂ ਨੂੰ ਫਿਰ ਵੀ ਰਾਹਤ ਮਿਲ ਸਕਦੀ ਹੈ, ਦਵਾਈ ਫਿਰ ਵੀ ਮਿਲ ਸਕਦੀ ਹੈ। ਮਗਰ ਇਹ ਜੋ ਸਾਡੀ ਅੰਦਰਲੀ ਬਿਮਾਰੀ ਹੈ, ਇਹ ਹਉਮੈ ਦੀ, ਇਹ ਮੈਂ ਔਰ ਮੇਰੀ ਦੀ, ਇਹਦੇ ਨਾਲ ਉਲਝਣਾ ਪੈਂਦਾ ਹੈ। ਔਰ ਫਿਰ ਕਹਿੰਦੇ ਹਨ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਵੇ। ਸਭ ਤੋਂ ਵੱਡਾ ਜੇ ਇਨਸਾਨ ਨੂੰ ਰੋਗ ਹੈ, ਉਹ ਹਉਮੈ ਦਾ ਹੈ, ਉਹ ਮੈਂ ਮੇਰੀ ਦਾ ਹੈ। ਮਗਰ ਰੋਗ ਦੱਸਦੇ ਹੋਏ ਆਪ ਕਹਿੰਦੇ ਹਨ ਕਿ ਮਾਲਿਕ ਦੀ ਇੰਨੀ ਬਖਸ਼ਿਸ਼ ਹੈ ਕਿ ਉਹਦੀ ਦਵਾਈ ਦਾਰੂ ਕਿਤੇ ਦੂਰ ਨਹੀਂ ਹੈ, ਉਹ ਵੀ ਨਾਲ ਰੱਖੀ ਹੈ। ਦਾਰੂ ਵੀ ਇਸਮਾਹੀ, ਕਿਰਪਾ ਕਰੇ ਜੇ ਆਪਣੀ। ਜੇ ਉਹਦੀ ਬਖਸ਼ਿਸ਼ ਹੋ ਜਾਵੇ, ਉਹਦੀ ਦਇਆ ਹੋ ਜਾਵੇ, ਉਹ ਸਾਨੂੰ ਉਸ ਨਾਮ, ਉਸ ਸ਼ਬਦ ਦੇ ਨਾਲ ਜੋੜ ਦੇਵੇ, ਜਿਹਦੇ ਨਾਲ ਅਸੀਂ ਆਪਣੇ ਦਾਇਰੇ ਨੂੰ ਖੋਲ੍ਹ ਕੇ ਅਸੀਂ ਉਸ ਜਾਗਰਤ ਅਵਸਥਾ ਵਿੱਚ ਆ ਸਕੀਏ, ਪ੍ਰਕਾਸ਼ ਦੇ ਦਰਸ਼ਨ ਕਰ ਸਕੀਏ। ਤਾਂ ਸਾਨੂੰ ਪਹਿਚਾਨ ਆਊਗੀ, ਤਾਂ ਅਸੀਂ ਇਸ ਲਾਇਕ ਬਣਾਂਗੇ ਕਿ ਰੂਹਾਨੀ ਰਸਤੇ ਨੂੰ ਅਪਣਾ ਸਕੀਏ। ਅੱਗੇ ਬਾਬਾ ਜੀ ਨੇ ਬਾਈਬਲ ਦਾ ਉਦਾਹਰਨ ਦਿੰਦੇ ਹੋਏ ਫਰਮਾਇਆ, ਆਪ ਨੇ ਬਾਈਬਲ ਵਿੱਚ ਕਿਹਾ ਸੀ, ਇਫ thy eye will be single, thy whole body shall be full of light, ਕਿ ਜੇ ਤੁਸੀਂ ਦਵੈਤ ਦੀ ਭਾਵਨਾ ਨੂੰ, ਮੈਂ ਔਰ ਮੇਰੀ ਨੂੰ ਛੱਡ ਕੇ ਏਕਤਾ ਵਿੱਚ ਕਦਮ ਰੱਖੋਗੇ, ਇਹ ਬਾਹਰਲੀਆਂ ਦੋਨੋਂ ਅੱਖਾਂ ਨੂੰ ਬੰਦ ਕਰਕੇ ਉਸ ਤੀਸਰੀ ਅੱਖ ਨੂੰ ਖੋਲ੍ਹੋਗੇ, ਆਪ ਕਹਿੰਦੇ ਹਨ ਕਿ ਫਿਰ ਸਾਰਾ ਜਿਸਮ ਉਸ ਨੂਰ ਨਾਲ, ਉਸ ਪ੍ਰਕਾਸ਼ ਦੇ ਨਾਲ ਭਰ ਜਾਊਗਾ। मैं मुश्ताक दीदार दी हाँ, मुफ्त विकांदी जांदी बांदी। ਅਸੀਂ ਦਵੈਤ ਵਿੱਚ ਆ ਗਏ ਹਾਂ। ਇਹ ਸਰੀਰਾਂ ਕਰਕੇ ਅਸੀਂ ਸੋਚਦੇ ਹਾਂ ਕਿ ਸਾਡੀ ਹਸਤੀ ਅਲੱਗ ਹੈ, ਮਾਲਿਕ ਪਤਾ ਨਹੀਂ ਕਿੱਥੇ ਬੈਠਾ ਹੈ, ਔਰ ਅਸੀਂ ਇਹ ਲੰਬਾ ਸਫ਼ਰ ਤੈਅ ਕਰਕੇ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਰੂਹਾਨੀਅਤ, ਪਰਮਾਰਥ ਸਿਰਫ ਇੱਕ ਪਹਿਚਾਨ ਹੈ, ਇੱਕ ਰੀਅਲਾਈਜੇਸ਼ਨ ਹੈ। ਅੱਗੇ ਦੋਸਤੋ ਬਾਬਾ ਜੀ ਨੇ ਫਰਮਾਇਆ ਕਿ ਮਾਲਿਕ ਨੇ ਜਿੱਦਣ ਇਨਸਾਨ ਦਾ ਜਾਮਾ ਬਖਸ਼ਿਆ ਸੀ, ਉਦਣ ਉਹਨੇ ਜੋ ਦੇਣਾ ਸੀ ਦੇਤਾ। ਹੁਣ ਅਸੀਂ ਉਹਦੀ ਸਿਰਫ ਪਹਿਚਾਨ ਕਰਨੀ ਹੈ ਤੇ ਉਹਦੀ ਕਦਰ ਕਰਨੀ ਹੈ। ਕਿ ਸਵਾਮੀ ਜੀ ਨੇ ਇੱਕ ਜਗ੍ਹਾ ਕਿਹਾ ਸੀ ਕਿ ਜੋ ਦੁਨੀਆ ਕਹਿੰਦੀ ਹੈ ਨਾ, ਸੰਤ ਉਹਦਾ ਉਲਟਾ ਕਰਦੇ ਹਨ। ਸੰਤ ਮਹਾਤਮਾ ਬਿਲਕੁਲ ਉਲਟ ਕਹਿੰਦੇ ਹਨ। ਦੁਨੀਆ ਕਹਿੰਦੀ ਹੈ ਅੱਖਾਂ ਖੋਲ੍ਹ ਕੇ ਦੇਖੋ, ਸੰਤ ਕਹਿੰਦੇ ਹਨ ਅੱਖਾਂ ਨੂੰ ਬੰਦ ਕਰਕੇ ਦੇਖੋ। ਦੁਨੀਆ ਕਹਿੰਦੀ ਹੈ ਕੰਨਾਂ ਦੇ ਨਾਲ ਸੁਣੋ, ਉਹ ਕਹਿੰਦੇ ਹਨ ਕੰਨਾਂ ਨੂੰ ਬੰਦ ਕਰਕੇ ਸੁਣੋ। ਦੁਨੀਆ ਕਹਿੰਦੀ ਹੈ ਕਿ ਜੀਣਾ ਸਿੱਖੋ, ਉਹ ਕਹਿੰਦੇ ਹਨ ਮਰਨਾ ਸਿੱਖੋ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਆਪਾਂ ਪਰਮਾਰਥ ਦੇ ਰਸਤੇ ਉੱਤੇ ਅੱਗੇ ਵਧਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਹੁਣ ਆਪਾਂ ਦੂਜਿਆਂ ਦੀ ਕੀ ਗੱਲ ਕਰੀਏ, ਆਪਾਂ ਖੁਦ ਨੂੰ ਹੀ ਦੇਖ ਲਈਏ। ਆਪਾਂ ਆਪਣੇ ਆਪ ਨੂੰ ਸਤਸੰਗੀ ਕਹਿਲਾਉਂਦੇ ਹਾਂ ਕਿ ਆਪਾਂ ਸਮਝ ਗਏ ਹਾਂ। ਅਸੀਂ ਵੀ ਹਜੇ ਤੱਕ ਅੰਧੇਰੇ ਵਿੱਚ ਠੋਕਰਾਂ ਖਾ ਰਹੇ ਹਾਂ ਔਰ ਆਪਣਾ ਤਰਜਮਾ ਕੱਢ ਕੇ ਬਹਿ ਜਾਂਦੇ ਹਾਂ ਕਿ ਆਪਾਂ ਸਤਸੰਗਾਂ ਨੂੰ ਹੀ ਸਭ ਕੁਝ ਸਮਝ ਕੇ ਬੈਠ ਜਾਂਦੇ ਹਾਂ। ਪਰ ਚਾਹੀਦਾ ਤਾਂ ਇਹ ਸੀ ਕਿ ਜੋ ਸਤਸੰਗ ਵਿੱਚ ਸਮਝਾਇਆ ਜਾਂਦਾ ਹੈ ਉਸ 'ਤੇ ਅਮਲ ਕਰੀਏ। ਹੁਣ ਸਤਸੰਗ ਕਿਹਨੂੰ ਕਹਿੰਦੇ ਹਨ? ਆਪ ਨੇ ਕਿਹਾ ਸੀ, ਮਾਧੋ ਜੀ ਸਤ ਸੰਗਤ ਮੇਲ ਹਰ ਧਿਆਈਏ।
ਉੱਥੇ ਦੱਸਿਆ ਜਾਂਦਾ ਹੈ ਕਿ ਕੀ ਕਰਨਾ ਹੈ। ਉਹ ਕਦਮ ਚੁੱਕਾਂਗੇ, ਧਿਆਵਾਂਗੇ, ਉਹ ਸਾਡੇ ਧਿਆਨ ਵਿੱਚ ਬੈਠੂਗਾ ਤਾਂ ਇਸ ਚੀਜ਼ ਦੀ ਪਹਿਚਾਣ ਆਊਗੀ। ਔਰ ਫਿਰ ਆਪ ਕਹਿੰਦੇ ਹਨ, ਸਤ ਸੰਗਤ ਤਾਕੋ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਜਿੱਥੇ ਸਿਰਫ ਇੱਕ ਦੀ ਚਰਚਾ ਕੀਤੀ ਜਾਂਦੀ ਹੈ। ਅਸੀਂ ਤਾਂ ਅਨੇਕਤਾ ਵਿੱਚ ਫਸੇ ਹੋਏ ਹਾਂ। ਸਾਡੇ ਮਨ ਵਿੱਚ ਤਾਂ ਹਰ ਵਕਤ ਇਹੀ ਆਉਂਦਾ ਹੈ ਕਿ ਕਿਹੜਾ ਰਸਤਾ ਅਪਣਾਈਏ, ਕਿਹਦੀ ਭਗਤੀ ਕਰੀਏ, ਕਿਹਦੇ ਸਾਹਮਣੇ ਮੱਥੇ ਟੇਕੀਏ। ਹੈ ਕੋਈ ਮਜ਼ਹਬ ਜਿਹਨੇ ਕਿਹਾ ਹੈ 2 ਮਾਲਿਕ ਹਨ ਜਾਂ 3 ਮਾਲਿਕ ਹਨ? ਜਦੋਂ ਸਾਰੇ ਹੀ ਇੱਕ ਦੀ ਪਹਿਚਾਣ ਕਰਦੇ ਹਨ ਔਰ ਹਰੇਕ ਮਹਾਂਪੁਰਖ ਨੇ ਆ ਕੇ ਸਿਰਫ ਇੱਕ ਦੀ ਚਰਚਾ ਕੀਤੀ ਹੈ। ਪਲਟੂ ਸਾਹਿਬ ਨੇ ਫਰਮਾਇਆ ਸੀ, ਪਲਟੂ ਏਕ ਹੀ ਏਕ ਹੈ, ਦੂਸਰ ਨਾ ਹੀ ਕੋਏ। ਵੇਦਾਂ ਸ਼ਾਸਤਰਾਂ ਨੇ ਉਹਨੂੰ ਇੱਕ ਏਕਾ ਕਹਿ ਕੇ ਬਿਆਨ ਕੀਤਾ ਹੈ। ਹੁਣ ਗੁਰੂ ਘਰ ਕਹਿੰਦਾ ਹੈ, ਏਕ ਪਿਤਾ ਏਕਸ ਕੇ ਹਮਵਾਰਕ। ਉਹ ਕੁਲ ਮਾਲਿਕ ਸਾਡਾ ਪਿਤਾ ਹੈ, ਐਸੀ ਉਹਦੀ ਸੰਤਾਨ ਹਾਂ। ਫਿਰ ਚਰਚਾ ਤਾਂ ਇੱਕ ਦੀ ਕੀਤੀ ਜਾਂਦੀ ਹੈ, ਐਸੀ ਕਿਵੇਂ ਦੁਵੈਤ ਵਿੱਚ ਆ ਕੇ ਫਸ ਗਏ? ਐਸੀ ਫਿਰ ਕਿਵੇਂ ਬਾਹਰਮੁਖੀ ਸਾਧਨਾ ਵਿੱਚ ਫਸ ਗਏ? ਔਰ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਦੀ ਸਹੀ ਤਰ੍ਹਾਂ ਪਹਿਚਾਣ ਨਹੀਂ ਕਰਾਂਗੇ, ਸਤਸੰਗ ਤਾਂ ਸਿਰਫ ਇੱਕ ਜ਼ਰੀਆ ਹੈ ਸਾਨੂੰ ਸਮਝਾਉਣ ਵਾਸਤੇ ਕਿ ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਢਾਲਣਾ ਹੈ। ਇਹ ਸੋਚਣਾ ਕਿ ਸਤਸੰਗ ਸੁਣ ਲਿਆ ਤਾਂ ਸਭ ਕੁਝ ਆਪਣੇ ਆਪ ਹੋ ਜਾਊਗਾ। ਦੁਨੀਆ ਵਿੱਚ ਕੋਈ ਵੀ ਚੀਜ਼ ਆਪਣੇ ਆਪ ਹੁੰਦੀ ਹੈ? ਸੋ ਸਤਸੰਗ ਤਾਂ ਸ਼ੁਰੂਆਤ ਹੈ, ਜਿਹਦੇ ਜ਼ਰੀਏ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਕਿਹਦੀ ਭਗਤੀ ਕਰਨੀ ਹੈ ਤੇ ਕਿਵੇਂ ਉਹਨੂੰ ਨਿਭਾਉਣਾ ਹੈ। ਜਿੰਨਾ ਚਿਰ ਅਮਲ ਨਹੀਂ ਕਰਾਂਗੇ ਤਾਂ ਕੋਈ ਫਾਇਦਾ ਨਹੀਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੇਂ ਨਾਹੀ ਕੋ ਥਾਉ। ਕਿ ਜੋ ਕੁਝ ਵੀ ਕੀਤਾ ਹੈ, ਇਹ ਸਾਰੀ ਸ੍ਰਿਸ਼ਟੀ ਬਣਾਈ ਹੈ। ਇਹ ਜਿਹੜੀ ਇਹਦੀ ਹਸਤੀ ਬਣੀ ਹੈ, ਇਹ ਉਸ ਨਾਮ, ਉਹ ਸ਼ਬਦ ਦੇ ਜ਼ਰੀਏ ਬਣੀ ਹੈ। ਔਰ ਜਿੱਦਣ ਉਹ ਮਾਲਿਕ ਇਹ ਸ਼ਬਦ ਨੂੰ ਵਾਪਸ ਬੁਲਾ ਲਊਗਾ, ਇੱਥੇ ਪਰਲੇ ਮਹਾਪਰਲੇ ਆ ਜਾਊਗੀ। ਉਤਪਤ ਪਰਲੇ ਸ਼ਬਦ ਹੋਵੇ, ਸ਼ਬਦੇ ਹੀ ਫਿਰ ਉਪਜ ਹੋਵੇ। ਉਹਨੇ ਉਸ ਨਾਮ ਨੂੰ ਇਸ ਸ੍ਰਿਸ਼ਟੀ ਵਿੱਚੋਂ ਵਾਪਸ ਬੁਲਾ ਲਿਆ। ਇਹ ਸ੍ਰਿਸ਼ਟੀ ਦੀ ਹਸਤੀ ਖਤਮ ਹੋ ਗਈ, ਇੱਥੇ ਪਰਲੇ ਮਹਾਪਰਲੇ ਹੋ ਗਈ। ਉਹੀ ਮਾਲਿਕ ਨੇ ਆਪਣੀ ਮੌਜ ਵਿੱਚ ਆ ਕੇ ਸਾਡੇ ਅੰਦਰੋਂ ਉਹ ਸ਼ਬਦ ਨੂੰ ਬੁਲਾ ਲਿਆ ਤਾਂ ਸਾਡੀ ਹਸਤੀ ਖਤਮ ਹੋ ਜਾਊਗੀ, ਜਿਹਨੂੰ ਆਪਾਂ ਮੌਤ ਕਹਿ ਕੇ ਬਿਆਨ ਕਰਦੇ ਹਾਂ। ਔਰ ਫਿਰ ਉਹਨੇ ਇਸ ਦੁਨੀਆ ਨੂੰ ਫਿਰ ਤੋਂ ਕਾਇਮ ਕਰਨਾ ਹੈ। ਆਪ ਕਹਿੰਦੇ ਹਨ, ਸ਼ਬਦੇ ਹੀ ਫਿਰ ਉਪਤ ਹੋਵੇ, ਉਸ ਸ਼ਬਦ ਦੇ ਜ਼ਰੀਏ। ਇਸ ਕਰਕੇ ਇਹ ਕੋਈ ਲਫ਼ਜ਼ ਨਹੀਂ ਹੈ, ਇਹ ਉਹ ਤਾਕਤ ਹੈ। ਇਸ ਕਰਕੇ ਆਪਨੇ ਕਿਹਾ ਸੀ, ਏਕ ਨਾਮ ਜੁਗ 4 ਉਧਾਰੇ। ਉਹ ਨਾਮ ਜਿਹੜਾ 4 ਯੁਗਾਂ ਨੂੰ ਉਤਾਰਦਾ ਆਇਆ ਹੈ। ਸਾਡੀਆਂ ਬੋਲੀਆਂ, ਸਾਡੀ ਜ਼ੁਬਾਨ ਕਦੋਂ ਸ਼ੁਰੂ ਹੋਈ, ਆਪਾਂ ਉਹਦੀ ਹਿਸਟਰੀ ਟ੍ਰੇਸ ਕਰ ਸਕਦੇ ਹਾਂ, ਮਿਆਦ ਨਿਯੁਕਤ ਕਰ ਸਕਦੇ ਹਾਂ। ਮਗਰ ਉਹ ਤਾਂ ਉਸ ਨਾਮ ਦਾ ਹਵਾਲਾ ਦੇ ਰਹੇ ਹਨ ਜਦੋਂ ਤਾਂ ਇਹ ਜ਼ਬਾਨਾਂ ਵੀ ਨਹੀਂ ਸ਼ੁਰੂ ਹੋਈਆਂ ਸਨ। ਔਰ ਫਿਰ ਆਪਨੇ ਕਿਹਾ, ਬਾਣੀ ਵੱਜੀ 4 ਜੁਗੀ, ਸੱਚੋ ਸੱਚ ਸੁਣਾਏ। ਉਹ ਬਾਣੀ ਜਿਹੜੀ 4 ਯੁਗਾਂ ਨੂੰ ਉਤਾਰਦੀ ਆਈ ਹੈ। ਸੋ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਔਰ ਇਹ ਨਹੀਂ ਕਿ ਸਾਡੇ ਦੇਸ਼ ਦੇ ਹੀ ਮਹਾਂਪੁਰਖਾਂ ਨੇ ਇਹਦਾ ਜ਼ਿਕਰ ਕੀਤਾ ਹੈ, ਆਪਾਂ ਈਸਾਈ ਧਰਮ ਨੂੰ ਹੀ ਲੈ ਲਈਏ। ਨਿਊ ਟੈਸਟਾਮੈਂਟ ਵਿੱਚ ਉਹ ਸ਼ੁਰੂ ਹੀ ਉੱਥੋਂ ਕਰਦੇ ਹਨ, ਇਨ ਦ ਬਿਗਨਿੰਗ ਵਾਜ਼ ਦਾ ਵਰਡ ਵਾਜ਼ ਵਿਦ ਗੋਡ ਐਂਡ ਦਾ ਵਰਡ ਵਾਜ਼ ਗੋਡ। ਹੁਣ ਵਰਡ ਦਾ ਤਰਜਮਾ ਜੇ ਆਪਾਂ ਆਪਣੀ ਜ਼ੁਬਾਨ ਵਿੱਚ ਕਰਾਂਗੇ ਤਾਂ ਉਹਨੂੰ ਸ਼ਬਦ ਕਵਾਂਗੇ। ਸ਼ੁਰੂ ਵਿੱਚ ਸ਼ਬਦ ਸੀ, ਉਹ ਸ਼ਬਦ ਮਾਲਿਕ ਕੋਲੇ ਸੀ, ਸ਼ਬਦ ਹੀ ਮਾਲਿਕ ਸੀ। ਔਰ ਫਿਰ ਅੱਗੇ ਕਹਿੰਦੇ ਹਨ, ਐਂਡ ਆਲ ਦ ਥਿੰਗਸ ਵਰ ਕ੍ਰੀਏਟਡ ਬਾਈ ਇਟ ਐਂਡ ਦੇਰ ਵਾਜ਼ ਨਥਿੰਗ ਦੈਟ ਵਾਜ਼ ਨਾਟ ਕ੍ਰੀਏਟਡ ਬਾਈ ਇਟ। ਔਰ ਸਭ ਕੁਝ ਉਸ ਵਰਡ ਦੇ ਜ਼ਰੀਏ ਬਣਾਇਆ ਗਿਆ। ਔਰ ਇੱਥੇ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹਦੀ ਹਸਤੀ ਉਸ ਸ਼ਬਦ, ਉਸ ਵਰਡ ਤੋਂ ਬਗੈਰ ਕਾਇਮ ਰਹਿ ਸਕਦੀ ਹੈ। ਜ਼ੁਬਾਨਾਂ ਅਲੱਗ-ਅਲੱਗ ਹਨ, ਭਾਵੇਂ ਆਪਣੇ ਆਪਣੇ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਮਗਰ ਇਸ਼ਾਰਾ ਉਸ ਇੱਕ ਤਾਕਤ ਦੇ ਤਰਫ ਹੈ। ਔਰ ਫਿਰ ਉਹ ਕਹਿੰਦੇ ਹਨ, ਬੀ ਯੀ ਦਾ ਡੂਅਰਸ ਆਫ ਦਾ ਵਰਡ, ਕਿ ਨਾਮ ਦੀ ਕਮਾਈ ਕਰਨ ਵਾਲੇ ਬਣੋ। ਸੋ ਇਸ ਕਰਕੇ ਆਪਾਂ ਪਹਿਲਾਂ ਇਸ ਚੀਜ਼ ਨੂੰ ਸਮਝਣਾ ਹੈ ਕਿ ਇਹ ਕੋਈ ਲਫ਼ਜ਼ ਨਹੀਂ ਹੈ। ਬਾਬਾ ਜੀ ਨੇ ਨਾਮ ਬਾਰੇ ਅੱਗੇ ਸਮਝਾਉਂਦਿਆਂ ਹੋਇਆਂ ਕਿਹਾ ਕਿ ਇਨਸਾਨ ਆਸਾਨ ਤੋਂ ਆਸਾਨ ਤਰੀਕਾ ਲੱਭਦਾ ਹੈ। ਬਾਹਰਮੁਖੀ ਜੋ ਕਰਮਕਾਂਡ ਨੇ ਉਹਦੇ ਵਿੱਚ ਫਸ ਕੇ ਰਹਿ ਜਾਂਦਾ ਹੈ, ਅਤੇ ਇਹ ਆਸਾਨ ਤੋਂ ਆਸਾਨ ਤਰੀਕਾ ਲੱਭਣ ਕਾਰਨ ਇਨਸਾਨ ਭਟਕ ਜਾਂਦਾ ਹੈ। ਇਸ ਜੱਗ ਮੇਂ ਨਾਮ ਅਲੱਭ ਹੈ। ਹੁਣ ਅਲੱਭ ਦਾ ਕੀ ਮਤਲਬ ਹੈ? ਅਸੀਂ ਤਾਂ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਬੜੇ ਆਸਾਨ ਤਰੀਕੇ ਨਾਲ ਆਪਣੀਆਂ ਗ੍ਰੰਥਾਂ ਪੋਥੀਆਂ ਵਿੱਚੋਂ ਲੈ ਕੇ ਅਸੀਂ ਉਹਦਾ ਜਾਪ ਕਰ ਲਵਾਂਗੇ।
मगर वो कहते हैं इस जग में नाम अलभ है, गुरमुख वसे मन आए। गुरमुख जन ਉਹਦੀ युक्ति समझाते हैं। लख निगाजे आलम वेखे किसे न कदी चाड़े हूँ